ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ ਈਕੋ ਟਿਊਟਰ। ਜਿਵੇਂ ਕਿ ਤੁਹਾਨੂੰ ਪਤਾ ਆਪਾਂ ਨੇ 3rd ਚੈਪਟਰ ਦੇ ਕੁਐਸਚਨ ਆਨਸਰ ਸਭ ਤੇ ਲੈਸਨ ਜਿਹੜੇ ਨੇ ਡਿਸਕਸ ਕਰ ਲਏ ਸੀਗੇ। ਇਸ ਵੀਡੀਓ ਦੇ ਵਿੱਚ ਆਪਾਂ 4th ਲੈਸਨ ਹੈ ਜੋ ਲਾਸਟ ਲੈਸਨ ਹੈ ਇਕਨੋਮਿਕਸ ਦਾ, ਉਹ ਕਵਰ ਅਪ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਲੈਸਨ ਨੂੰ ਡਿਸਕਸ ਕਰਾਂਗੇ, ਫਿਰ ਉਸ ਤੋਂ ਬਾਅਦ ਕੁਐਸਚਨ ਆਨਸਰ ਨੂੰ ਦੇਖਾਂਗੇ। ठीक है जी, आई होप ਤੁਹਾਨੂੰ ਸਾਰੀ ਵੀਡੀਓ ਸਮਝ ਆ ਰਹੀਆਂ ਹੋਣਗੀਆਂ। ਅਗਰ ਜੇ ਫਿਰ ਵੀ ਤੁਹਾਨੂੰ ਕੋਈ ਕਨਫਿਊਜ਼ਨ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ। ਤਾਂ ਚਲੋ ਬਿਨਾਂ ਟਾਈਮ ਵੇਸਟ ਕੀਏ ਵੀਡੀਓ ਨੂੰ ਸਟਾਰਟ ਕਰਦੇ ਹਾਂ। ਤਾਂ 4th ਚੈਪਟਰ ਕੀ ਹੈ, ਭਾਰਤ ਵਿੱਚ ਉਦਯੋਗਿਕ ਵਿਕਾਸ, ਵੀ ਇੰਡਸਟਰੀ ਵਿਕਾਸ, ਇੰਡਸਟਰੀ ਦਾ ਕਿਵੇਂ ਡਿਵੈਲਪਮੈਂਟ ਹੋਈ ਹੈ ਇੰਡੀਆ ਦੇ ਵਿੱਚ, ਉਹ ਇਹਦੇ ਵਿੱਚ ਪੜਾਂਗੇ ਇੰਡਸਟਰੀ ਬਾਰੇ। ਪਿਛਲੇ ਚੈਪਟਰ ਦੇ ਵਿੱਚ 3rd ਚੈਪਟਰ ਦੇ ਵਿੱਚ ਆਪਾਂ ਨੇ ਐਗਰੀਕਲਚਰ ਪੜ੍ਹਿਆ ਸੀ, ਇਸ ਚੈਪਟਰ ਦੇ ਵਿੱਚ ਆਪਾਂ ਪੜਾਂਗੇ ਇੰਡਸਟਰੀਜ਼। ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ ਆਪਾਂ ਇੰਟਰੋਡਿਊਸ ਹੋ ਜਾਂਦੇ ਹਾਂ ਵੀ ਇਹ ਚੈਪਟਰ ਦੇ ਵਿੱਚ ਕੀ ਡਿਸਕਸ ਕਰਾਂਗੇ। ਠੀਕ ਹੈ ਜੀ, ਭਾਰਤ ਜਿਹੇ ਅਲਪ ਵਿਕਸਿਤ ਦੇਸ਼ ਦੀ ਆਰਥਿਕ ਪ੍ਰਗਤੀ ਲਈ ਉਦਯੋਗੀਕਰਨ ਇੱਕ ਮਹੱਤਵਪੂਰਨ ਸਥਾਨ ਹੈ। ਹੁਣ ਜਿਵੇਂ ਕਿ ਪਤਾ ਹੈ ਜਿਹੜੇ ਅਲਪ ਵਿਕਸਿਤ ਦੇਸ਼ ਨੇ, ਅਲਪ ਵਿਕਸਿਤ ਮਤਲਬ ਜਿੱਥੇ ਕਿ ਉਹ ਜ਼ਿਆਦਾਤਰ ਵਿਕਸਿਤ ਨਹੀਂ ਹੋਏ ਹਨ, ਥੋੜੇ ਵਿਕਸਿਤ ਹੋਏ ਹਨ, ਜਿੱਥੇ ਇੰਨੀ ਜ਼ਿਆਦਾ ਤਰੱਕੀ ਨਹੀਂ ਹੋਈ ਆ। ਠੀਕ ਹੈ ਜੀ, ਉੱਥੇ ਕੀ ਆ, ਉਦਯੋਗੀਕਰਨ ਦਾ ਵਿਕਾਸ ਕਰਨਾ ਇਹ ਬਹੁਤ ਹੀ ਮਹੱਤਵਪੂਰਨ ਹੈ। ਉਦਯੋਗਾਂ ਦੇ ਵਿਕਾਸ ਰਾਹੀਂ ਹੀ ਜੇ ਆਮਦਨ, ਉਤਪਾਦਨ ਅਤੇ ਰੁਜ਼ਗਾਰ ਦੀ ਮਾਤਰਾ ਨੂੰ ਵਧਾਇਆ ਜਾ ਸਕਦਾ ਗਾ। ਜੇ ਉਦਯੋਗ ਵਧੂਗਾ ਤਾਂ ਤਿੰਨੇ ਚੀਜ਼ਾਂ ਵਧਣਗੀਆਂ। ਠੀਕ ਹੈ ਜੀ, ਅਰਥ ਵਿਵਸਥਾ ਦੀ ਵਿਕਾਸ ਦਰ ਵਿੱਚ ਵਾਧਾ ਕੀਤਾ ਤੇ ਵਿਕਾਸ ਦਰ ਵੀ ਵਧੂਗਾ ਜੇ ਉਦਯੋਗ ਦਾ ਵਿਕਾਸ ਹੋਊਗਾ। ਤਾਂ ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਉਦਯੋਗਾਂ ਦਾ ਬਹੁਤ ਹੀ ਘੱਟ ਵਿਕਾਸ, ਜਿਵੇਂ ਕਿ ਤੁਹਾਨੂੰ ਪਤਾ ਹੋਊਗਾ ਕਿ ਜਿਹੜਾ ਆਪਣਾ ਦੇਸ਼ ਹੈ ਉਹ ਕੀ ਹੈ, ਖੇਤੀ ਪ੍ਰਧਾਨ ਦੇਸ਼ ਆ। ਤਾਂ ਇੰਡਸਟਰੀ ਜਿਹੜੀ ਹੈਗੀ ਨੇ ਇੰਨੀ ਜ਼ਿਆਦਾ ਵਿਕਸਿਤ ਨਹੀਂ ਹੋਇਆਗਾ, ਜਿਸ ਕਰਕੇ ਭਾਰਤ ਦੇ ਵਿੱਚ ਉਦਯੋਗਾਂ ਦਾ ਵਿਕਾਸ ਕੀ ਹੋ ਗਿਆ, ਬਹੁਤ ਘੱਟ ਹੈ। ਪਰ ਆਜ਼ਾਦੀ ਦੀ ਪਿੱਛੋਂ ਸਰਕਾਰ ਨੇ ਦੇਸ਼ ਦੇ ਉਦਯੋਗ, ਪਰ ਜਦੋਂ ਆਜ਼ਾਦੀ ਮਿਲ ਗਈ ਆਪਾਂ ਨੂੰ, ਉਸ ਤੋਂ ਬਾਅਦ ਇੰਡਸਟਰੀ ਦੇ ਵੱਲ ਆਪਾਂ ਨੂੰ ਆਏ। ਇੰਡਸਟਰੀ ਦੀ ਆਪਣੀ ਇੱਕ ਜ਼ਰੂਰਤ ਬਣ ਗਈ, ਇਹਦੇ ਵਿਕਾਸ ਕਰਨਾ, ਇੰਡਸਟਰੀ ਦਾ ਵਿਕਾਸ ਕਰਨਾ ਇਹ ਆਪਣੀ ਜ਼ਰੂਰਤ ਬਣ ਗਈ। ਇਸ ਦੇ ਫਲਸਰੂਪ ਦੇਸ਼ ਵਿੱਚ ਕਈ ਨਵੇਂ ਉਦਯੋਗ ਸਥਾਪਿਤ ਕੀਤੇ ਗਏ ਤੇ ਪੁਰਾਣੇ ਉਦਯੋਗ ਦੀ ਉਤਪਾਦਨ ਸ਼ਕਤੀ ਅਤੇ ਕੁਸ਼ਲਤਾ ਨੂੰ ਵਧਾਇਆ। ਹੁਣ ਜਿਹੜੇ ਪਹਿਲਾਂ ਦੀ ਜਿਹੜੀ ਇੰਡਸਟਰੀ ਲੱਗੀ ਹੋਈ ਸੀ ਉਹਦੀ ਉਤਪਾਦਨ ਸ਼ਕਤੀ, ਉਹਦੀ ਕੁਸ਼ਲਤਾ ਨੂੰ ਵਧਾਉਣ ਦੇ ਲਈ ਨਵੇਂ ਤਰੀਕੇ ਕੀਤੇ ਗਏ ਤੇ ਹੋਰ ਨਵੀਆਂ ਇੰਡਸਟਰੀ ਨੂੰ ਸਥਾਪਿਤ ਕੀਤਾ ਗਿਆ। ਭਾਰਤ 5 ਸਾਲਾ ਯੋਜਨਾ ਵਿੱਚ ਵੀ ਜਿਵੇਂ ਕਿ ਖੇਤੀ ਦੇ ਲਈ ਯੋਜਨਾਵਾਂ ਬਣੀਆਂ ਸੀਗੀਆਂ, ਉਵੇਂ ਇੰਡਸਟਰੀ ਦੇ ਵਿਕਾਸ ਲਈ ਵੀ ਯੋਜਨਾਵਾਂ ਬਣਾਈਆਂ ਗਈਆਂ ਸੀਗੀਆਂ। ਠੀਕ ਹੈ ਜੀ, ਨੈਕਸਟ ਕੀ ਹੈ ਕਿ ਤੇਜ਼ੀ ਉਦਯੋਗੀਕਰਨ ਦੀ ਲੋੜ, ਵੀ ਆਪਾਂ ਉਦਯੋਗੀਕਰਨ ਦਾ ਵਿਕਾਸ ਕਰਨੇ ਆ, ਉਦਯੋਗੀਕਰਨ ਵੀ ਉਦਯੋਗ ਇੰਡਸਟਰੀ ਲਗਾਉਣੀ ਚਾਹੀਦੀ ਹੈ, ਇਹਦਾ ਤੇਜ਼ ਵਿਕਾਸ ਕੀ ਹੈ ਉਹਦੇ ਬਾਰੇ ਪੜ੍ਹਦੇ ਹਾਂ ਵੀ ਇਹਦੀ ਲੋੜ ਕਿਉਂ ਪਈ ਆਪਾਂ ਨੂੰ। ਨੀਡ ਫੋਰ ਰੈਪਿਡ ਇੰਡਸਟਰੀਅਲਾਈਜੇਸ਼ਨ, ਭਾਰਤ ਵਿੱਚ ਆਰਥਿਕ ਦ੍ਰਿਸ਼ਟੀ ਪੱਖੋਂ ਉਦਯੋਗੀਕਰਨ ਦਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਉਦਯੋਗੀਕਰਨ ਦੇ ਤੇਜ਼ ਅਤੇ ਸੰਤੁਲਨ ਵਿਕਾਸ ਦੀ ਲੋੜ ਕਈ ਕਾਰਨਾਂ ਕਰਕੇ ਹੁੰਦੀ ਹੈ। ਇੰਡਸਟਰੀ ਦੇ ਵਿਕਾਸ ਕਿਹੜੇ ਕਾਰਨਾਂ ਕਰਕੇ ਪੈਂਦੀ ਹੈ ਉਹ ਆਪਾਂ ਡਿਸਕਸ ਕਰਾਂਗੇ ਪੁਆਇੰਟ ਨੂੰ। ਤਾਂ ਸਭ ਤੋਂ ਪਹਿਲਾਂ ਕੀ ਹੈ ਉਦਯੋਗੀਕਰਨ ਦੀ ਲੋੜ ਦਾ ਸੰਤੁਲਿਤ ਅਰਥ ਵਿਵਸਥਾ। ਜੇ ਆਪਾਂ ਚਾਹੁੰਦੇ ਹਾਂ ਸੰਤੁਲਿਤ ਹੋਵੇ ਅਰਥ ਵਿਵਸਥਾ ਦੇ ਵਿੱਚ, ਸੰਤੁਲਿਤ ਅਵਸਥਾ ਦੇ ਵਿੱਚ ਆ ਜਾਵੇ, ਤਾਂ ਉਹਦੇ ਲਈ ਜ਼ਰੂਰੀ ਹੈ ਕਿ ਇੰਡਸਟਰੀ ਦਾ ਵੀ ਵਿਕਾਸ ਹੋਵੇ। ਠੀਕ ਹੈ ਜੀ, ਬੈਲੈਂਸ ਇਕੋਨਮੀ, ਭਾਰਤ ਦੀ ਅਰਥ ਵਿਵਸਥਾ ਅਸੰਤੁਲਿਤ ਹੈ ਕਿਉਂਕਿ ਦੇਸ਼ ਦੀ ਜ਼ਿਆਦਾਤਰ ਜਨਸੰਖਿਆ ਅਤੇ ਪੂੰਜੀ ਖੇਤੀਬਾੜੀ ਵਿੱਚ ਲੱਗੀ। ਹੁਣ ਜਿਵੇਂ ਕਿ ਪਤਾ ਆ ਕਿ ਜ਼ਿਆਦਾਤਰ ਆਪਾਂ ਭਾਰਤ ਦੇ ਵਿੱਚ ਕੀ ਕੀਤਾ ਜਾਂਦਾ, ਖੇਤੀ ਕੀਤਾ ਜਾਂਦਾ। ਤਾਂ ਜ਼ਿਆਦਾਤਰ ਧਨ ਔਰ ਜੋ ਜਨਸੰਖਿਆ ਹੈ ਕਿਹਦੇ ਉੱਤੇ ਲੱਗੀ ਹੋਈ ਹੈ, ਐਗਰੀਕਲਚਰ ਦੇ ਉੱਤੇ ਲੱਗੀ ਹੋਈ ਹੈ। ਖੇਤੀਬਾੜੀ ਵਿੱਚ ਅਨਿਸ਼ਚਿਤਤਾ ਹੈ। ਹੁਣ ਆਪਾਂ ਨੂੰ ਪਤਾ ਖੇਤੀਬਾੜੀ ਕੀ ਹੈ, ਉਹਦਾ ਕੋਈ ਟਾਈਮ ਨਹੀਂ ਹੈਗਾ ਕਿਉਂਕਿ ਉਹ ਮੌਸਮ ਦੇ ਹਿਸਾਬ ਨਾਲ ਖੇਤੀਬਾੜੀ ਹੁੰਦੀ ਹੈ। ਠੀਕ ਹੈ ਜੀ, ਉਦਯੋਗੀਕਰਨ ਨਾਲ ਅਰਥ ਵਿਵਸਥਾ ਸੰਤੁਲਿਤ ਹੋਵੇਗੀ। ਜੇ ਉਦਯੋਗੀਕਰਨ ਹੋਊਗਾ ਤਾਂ ਸੰਤੁਲਿਤ ਅਰਥ ਵਿਵਸਥਾ ਹੋਵੇਗੀ ਅਤੇ ਖੇਤੀਬਾੜੀ ਤੇ ਜੋ ਨਿਰਭਰਤਾ ਹੈ ਉਹ ਕੀ ਹੋ ਜੂਗੀ, ਘਟ ਜੂਗੀ। ਖੇਤੀਬਾੜੀ ਤੇ ਨਿਰਭਰਤਾ ਮਤਲਬ ਜਿਹੜੇ ਲੋਕ ਜ਼ਿਆਦਾ ਖੇਤੀਬਾੜੀ ਤੇ ਡਿਪੈਂਡ ਨੇ ਉਹਨਾਂ ਦੀ ਨਿਰਭਰਤਾ ਘਟ ਜੂਗੀ ਤੇ ਉਹਨਾਂ ਦਾ ਥੋੜਾ ਬੋਝ ਜਿਹੜਾ ਹੈਗਾ ਉਹ ਇੰਡਸਟਰੀ ਦੇ ਵਿੱਚ ਵੀ ਪੈ ਜਾਊਗਾ। ਠੀਕ ਹੈ ਜੀ, ਯਾਨੀ ਖੇਤੀ ਦੇ ਉੱਤੇ ਜੋ ਭਾਰ ਪੈ ਰਿਹਾ ਜਨਸੰਖਿਆ ਦਾ ਉਹ ਘੱਟ ਹੋ ਜਾਊਗਾ। ਸੈਕੰਡ ਪੁਆਇੰਟ ਕੀ ਹੈ ਉਦਯੋਗੀਕਰਨ ਦੀ ਲੋੜ ਦਾ, ਰੁਜ਼ਗਾਰ ਵਿੱਚ ਵਾਧਾ, ਇਨਕਰੀਜ਼ ਇਨ ਐਮਪਲੋਇਮੈਂਟ। ਉਦਯੋਗੀਕਰਨ ਨਾਲ ਨਵੇਂ ਉਦਯੋਗ ਲੱਗਦੇ ਹਨ ਕਿਉਂਕਿ ਜੇ ਇੰਡਸਟਰੀ ਦਾ ਵਿਕਾਸ ਹੋਊਗਾ ਤਾਂ ਨਵੇਂ ਉਹ ਆਣਗੇ, ਫੈਸ਼ਨ ਆਣਗੇ, ਨਵੀਆਂ ਚੀਜ਼ਾਂ ਆਣਗੀਆਂ। ਠੀਕ ਹੈ ਜੀ, ਇਸ ਦੇ ਸਿੱਟੇ ਵਜੋਂ ਦੇਸ਼ ਦੇ ਲੱਖਾਂ ਜਿਹੜੇ ਲੋਕ ਬੇਰੁਜ਼ਗਾਰ ਨੇ ਉਹਨਾਂ ਨੂੰ ਕੀ ਮਿਲੂਗਾ, ਰੁਜ਼ਗਾਰ ਮਿਲੂਗਾ। ਉਹ ਆਪਣੀ ਮਤਲਬ ਜੋ ਕੁਸ਼ਲਤਾ ਆ, ਉਹਨਾਂ ਦੀ ਜੋ ਵੀ ਸਕਿੱਲ ਹੈ ਉਹ ਦਿਖਾਉਣ ਦੇ ਵਿੱਚ ਸક્ષਮ ਹੋ ਜਾਣਗੇ ਜੇ ਇੰਡਸਟਰੀ ਦਾ ਵਿਕਾਸ ਹੋਊਗਾ ਤਾਂ। ਠੀਕ ਹੈ, ਤਾਂ ਕਾਫੀ ਹੱਦ ਤੱਕ ਜਿਹੜੀ ਬੇਰੁਜ਼ਗਾਰੀ ਦੀ ਸਮੱਸਿਆ ਆ ਉਹ ਇੰਡਸਟਰੀ ਦੇ ਨਾਲ ਸੋਲਵ ਹੋ ਜੂਗੀ। ਸਾਲ 2009 ਅਤੇ 10 ਵਿੱਚ ਕੁੱਲ ਰੁਜ਼ਗਾਰ ਵਿੱਚ ਉਦਯੋਗਾਂ ਦਾ ਹਿੱਸਾ, ਯਾਨੀ ਕਿ 2009 ਅਤੇ 10 ਦਾ ਦੇਖਿਆ ਗਿਆ ਰਿਕਾਰਡ, ਤਾਂ ਉਹਦੇ ਵਿੱਚ ਉਦਯੋਗਾਂ ਦਾ ਹਿੱਸਾ ਜਿਹੜਾ ਹੈਗਾ ਰੁਜ਼ਗਾਰ ਦੇ ਵਿੱਚ 21.9% ਹੈ।
ठीक है जी। हुण तां काफ़ी वध गया होगा क्योंकि हुण अपनी इंडस्ट्री की है बहुत ज़्यादा वध गई, लोग ज़्यादातर हुण खेत उद्योगां दे विच काम करते हैं, ठीक है जी। ਰਾਸ਼ਟਰੀ ਆਮਦਨ ਵਿੱਚ ਵਾਧਾ, ਇਨਕਰੀਜ਼ ਇਨ ਨੈਸ਼ਨਲ ਇਨਕਮ। ਭਾਰਤ ਵਿੱਚ ਉਦਯੋਗੀਕਰਨ ਨਾਲ ਕੁਦਰਤੀ ਸਾਧਨਾਂ ਦਾ ਵਧੇਰੇ ਅਤੇ ਉਚਿਤ ਪ੍ਰਯੋਗ ਹੋਵੇਗਾ ਕਿਉਂਕਿ ਦੇਖੋ ਹੁਣ ਜੇ ਆਪਾਂ ਇੰਡਸਟਰੀ ਲਗਾਵਾਂਗੇ ਤਾਂ ਉਹਦੇ ਨਾਲ ਕੀ ਹੋਊਗਾ, ਜਿਹੜੇ ਵੀ ਸਾਧਨ ਨੇ, ਕੁਦਰਤੀ ਸਾਧਨ ਨੇ, ਚਾਹੇ ਮਨੁੱਖੀ ਸਾਧਨ ਨੇ ਜਾਂ ਜਿਹੜੇ ਵੀ ਸਾਧਨ ਨੇ, ਠੀਕ ਹੈ ਜੀ, ਉਹਨਾਂ ਦਾ ਕੀ ਹੋਊਗਾ, ਵਧੀਆ ਤਰੀਕੇ ਨਾਲ ਪ੍ਰਯੋਗ ਹੋਊਗਾ, ਠੀਕ ਹੈ ਜੀ। ਇਸ ਨਾਲ ਕੁੱਲ ਉਤਪਾਦਨ ਵੀ ਵਧੂਗਾ, ਰੁਜ਼ਗਾਰ ਵੀ ਵਧੂਗੀ, ਰਾਸ਼ਟਰੀ ਆਮਦਨ ਵਧੂਗੀ, ਪ੍ਰਤੀ ਵਿਅਕਤੀ ਆਮਦਨ ਵੀ ਵਧੂਗੀ। ਹੁਣ ਪ੍ਰਤੀ ਵਿਅਕਤੀ ਆਮਦਨ ਕੀ ਹੁੰਦੀ ਆ, ਕੱਲੇ ਵਿਅਕਤੀ ਦੀ ਆਮਦਨ, ਜਿਹਨੂੰ ਆਪਾਂ ਔਸਤ ਆਮਦਨ ਵੀ ਕਹਿੰਦੇ ਆ, ਠੀਕ ਹੈ ਜੀ। ਭਾਰਤ ਦੀ ਰਾਸ਼ਟਰੀ ਆਮਦਨ ਵਿੱਚ ਉਦਯੋਗਾਂ ਦਾ ਹਿੱਸਾ ਕਿੰਨਾ ਹੈ, 28% ਹੈ, ਠੀਕ ਹੈ ਜੀ, ਰਾਸ਼ਟਰੀ ਆਮਦਨ ਦੇ ਵਿੱਚ, ਠੀਕ ਹੈ ਜੀ। ਨੈਕਸਟ ਕੀ ਹੈ, ਭੂਮੀ ਉਤੇ ਜਨਸੰਖਿਆ ਦਾ ਦਬਾਅ ਵਿੱਚ ਕਮੀ। ਹੁਣ ਜਿਵੇਂ ਆਪਾਂ ਨੇ ਪਹਿਲਾਂ ਪੜ੍ਹਿਆ ਪੁਆਇੰਟ ਦੇ ਵਿੱਚ ਕਿ ਖੇਤੀਬਾੜੀ ਤੇ ਜਿਹੜੀ ਜ਼ਿਆਦਾ ਨਿਰਭਰਤਾ ਆ ਉਹ ਕੀ ਹੋ ਜੂਗੀ, ਘੱਟ ਹੋ ਜੂਗੀ। ਤਾਂ ਉਹੀ ਇਹ ਪੁਆਇੰਟ ਦੇ ਵਿੱਚ ਵੀ ਕਹਿੰਦੀ ਹੈ ਕਿ ਭੂਮੀ ਉੱਤੇ ਜਨਸੰਖਿਆ ਦੇ ਦਬਾਅ ਵਿੱਚ ਕਮੀ ਆ ਜੂਗੀ। ਲੈਸ ਪ੍ਰੈਸ਼ਰ ਆਫ ਪਾਪੂਲੇਸ਼ਨ ਔਨ ਲੈਂਡ ਦੇ ਉੱਤੇ। ਭਾਰਤ ਦੀ 70% ਜਨਸੰਖਿਆ ਖੇਤੀ ਤੇ ਨਿਰਭਰ ਕਰਦੀ ਹੈ। ਭਾਰਤੀ ਖੇਤੀ ਬਹੁਤ ਪਛੜੀ ਹੋਈ ਹੈ। ਉਦਯੋਗਾਂ ਦੇ ਵਿਕਾਸ ਨਾਲ ਖੇਤੀ ਦੀ ਜਨਸੰਖਿਆ ਦੇ ਉੱਤੇ ਦਬਾਅ ਘਟੇਗਾ, ਜੋਤਾਂ ਦਾ ਆਕਾਰ ਵਧੇਗਾ ਤੇ ਜਿਸ ਨਾਲ ਖੇਤੀ ਦਾ ਵੀ ਵਿਕਾਸ ਹੋਊਗਾ, ठीक है जी। यानी क्योंकि आपने पहला पढ़िया ना कि जे इंडस्ट्री का विकास, जे एग्रीकल्चर का विकास होगा तो इंडस्ट्री का विकास होगा, जे इंडस्ट्री का विकास होगा तो एग्रीकल्चर का विकास होगा। यानी दोनों की ने आपस दे विच लिंक ने, ठीक है जी। ये अलग अलग नहीं हैं, जे किसी एक का विकास हुंदा तो दूसरे का विकास भी हुंदा आ। देश की सुरक्षा ਲਈ ਜ਼ਰੂਰੀ ਹੈ ਇੰਡਸਟਰੀ ਦਾ ਵਿਕਾਸ ਕਰਨਾ। ਉਦਯੋਗੀਕਰਨ ਨਾਲ ਦੇਸ਼ ਵਿੱਚ ਲੋਹਾ, ਇਸਪਾਤ, ਹਵਾਈ ਜਹਾਜ਼ ਤੇ ਸੁਰੱਖਿਆ ਸੰਬੰਧੀ ਕਈ ਉਦਯੋਗਾਂ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਹੁਣ ਜਿੰਨੇ ਵੀ ਬੜੇ ਮਿਸਾਈਲਸ ਬਣਾਏ ਜਾਂਦੇ ਨੇ ਜਾਂ ਫਿਰ ਕੋਈ ਵੀ ਔਜ਼ਾਰ ਬਣਾਏ ਜਾਂਦੇ ਨੇ ਖੇਤੀਬਾੜੀ ਦੇ ਲਈ ਜਾਂ ਉਹ ਵੀ ਯੁੱਧ ਦੇ ਲਈ, ਜਿਹੜੇ ਵੀ ਸਮਾਨ ਬਣਾਏ ਜਾ ਉਹ ਇੰਡਸਟਰੀ ਦੇ ਵਿੱਚ ਬਣਦੇ ਨੇ ਨਾ। ਤਾਂ ਜਿੰਨੇ ਵੀ ਲੋਹੇ, ਇਸਪਾਤ ਵਗੈਰਾ ਨਾਲ ਜਿਹੜੀ ਚੀਜ਼ਾਂ ਬਣਦੀਆਂ ਨੇ, ਟਰਾਂਸਪੋਰਟ ਦਾ ਕੋਈ ਵੀ ਸਮਾਨ ਬਣਦਾ ਗਾ, ਇੰਜਨ ਵਗੈਰਾ ਬਣਦੇ ਨੇ, ਇਹ ਸਾਰੇ ਇੰਡਸਟਰੀ ਦੇ ਵਿੱਚ ਹੀ ਬਣਦੇ ਨੇ, ਜਿਨ੍ਹਾਂ ਨਾਲ ਦੇਸ਼ ਦੀ ਸੁਰੱਖਿਆ ਦਾ ਵੀ विकास, देश की सुरक्षा ਵਧੂਗੀ, ठीक है जी। और की होगा, देश का भी विकास होगा। उद्योगां दे लई ਜਿਹੜੇ उद्योग ने ਇਹਦੇ ਨਾਲ ਜਿਹੜਾ युद्ध ਦਾ ਸਮਾਨ ਤਿਆਰ ਹੁੰਦਾਗਾ ਉਹਦੇ ਲਈ ਆਪਾਂ ਨੂੰ ਹੈਲਪ ਮਿਲੂਗੀ, ठीक है जी। ਤੇ ਇੱਥੇ 5 ਪੁਆਇੰਟ ਪੜ੍ਹੇ ਸੀਗੇ, ਆਈ ਹੋਪ ਇਹ ਸਾਰੇ ਪੁਆਇੰਟ ਸਮਝ ਆ ਗਏ ਹੋਣਗੇ। ਨੈਕਸਟ ਆਪਣਾ 6th ਪੁਆਇੰਟ ਕੀ ਹੈ, ਆਤਮ ਨਿਰਭਰਤਾ, ठीक है जी, ਸੈਲਫ ਡਿਪੈਂਡੈਂਸ। ਉਦਯੋਗਾਂ ਦੇ ਵਿਕਾਸ ਹੋਣ ਨਾਲ ਜ਼ਰੂਰੀ ਵਸਤੂਆਂ ਦੇਸ਼ ਦੇ ਵਿੱਚ ਉਤਪੰਨ ਹੋਣ ਲੱਗਦੀਆਂ ਹਨ। ਇਸ ਨਾਲ ਵਿਦੇਸ਼ਾਂ ਉੱਤੇ ਨਿਰਭਰਤਾ ਘਟ ਜਾਂਦੀ ਹੈ ਤੇ ਦੇਸ਼ ਦੇ ਕਈ ਵਸਤੂਆਂ ਆਤਮ ਨਿਰਭਰਤਾ ਬਣ ਜਾਂਦੇ ਆ। ਇਹ ਪੁਆਇੰਟ ਦੇ ਵਿੱਚ ਕੀ ਕਹਿੰਦੇ ਨੇ ਕਿ ਆਪਾਂ ਗਲੋਬਲਾਈਜੇਸ਼ਨ ਹੋਣ ਦੇ ਨਾਲ ਆਪਾਂ ਕੀ ਕਰਦੇ ਆ, ਇੱਧਰ ਦੀ ਸਮਾਨ ਆਪਾਂ ਦੂਸਰੇ ਦੇਸ਼ ਭੇਜ ਸਕਦੇ ਆ, ਦੂਸਰੇ ਦੇਸ਼ ਤੋਂ ਆਪਾਂ ਕੋਈ ਸਮਾਨ ਮੰਗਵਾ ਸਕਦੇ ਆ, ਯਾਨੀ ਇੰਪੋਰਟ ਔਰ ਐਕਸਪੋਰਟ ਕਰ ਸਕਦੇ ਆ। ਜਦੋਂ ਇੰਡਸਟਰੀ ਦਾ ਵਿਕਾਸ ਹੋ ਜਾਊਗਾ ਤਾਂ ਜਿਹੜੇ ਸਮਾਨ ਆਪਾਂ ਦੂਸਰੇ ਦੇਸ਼, ਚਾਈਨਾ, ਅਮਰੀਕਾ, ਫਰਾਂਸ ਜੀ ਤੋਂ ਵੀ ਮੰਗਵਾਉਂਦੇ ਸੀਗੇ ਉਹ ਨਹੀਂ ਮੰਗਵਾਵਾਂਗੇ, ਆਪਾਂ ਖੁਦ ਆਪਣੇ ਦੇਸ਼ ਦੇ ਵਿੱਚ ਕੀ ਕਰਾਂਗੇ, ਪ੍ਰੋਡਿਊਸ ਕਰਾਂਗੇ ਉਦਯੋਗਾਂ ਦੇ ਵਿੱਚ, ਠੀਕ ਹੈ ਜੀ। ਇਹ ਕਹਿੰਦੇ ਨੇ ਆਤਮ ਨਿਰਭਰਤਾ ਬਣ ਜੂਗੀ, ਆਪਾਂ ਜਿਹੜਾ ਆਪਣਾ ਦੇਸ਼ ਆ ਉਹ ਕੀ ਹੋ ਜਾਊਗਾ, ਸੈਲਫ ਡਿਪੈਂਡੈਂਸ ਬਣ ਜੂਗਾ, ਠੀਕ ਹੈ ਜੀ। ਸਮਾਜਿਕ ਉਦਯੋਗਿਕ ਪਦਾਰਥਾਂ ਦਾ ਉਤਪਾਦਨ। 7th ਪੁਆਇੰਟ ਕੀ ਹੈ, प्रोडक्शन ऑफ सोशल यूजफुल गुड्स, ठीक है जी। जिन्ने भी समाजिक उपयोग के लिए पदार्थ ने उन्हां दा उत्पादन करांगे, जिवें कि समाजिक उपभोग के लिए वस्तुआं, किवें समाजिक मतलब सारे लोगों के लिए, उपभोग मतलब यूज करना, ठीक है। जिवें कि साइकिल, कपड़ा, बिजली का समान, तेल, कागज़ आदि होर भी कई सारियां चीज़ां ने जो कि इंडस्ट्री दे विच बनदे ने। कपड़ा, साइकिल हो गया सारा, ठीक है जी। ये की होणगियां, इन्हां दी प्रोडक्शन करांगे ਤਾਂ ਇਹ ਜਿਹੜੀ ਜ਼ਰੂਰਤਾਂ ਨੇ ਉਹ ਪੂਰੀਆਂ ਹੋਣਗੀਆਂ ਇੰਡਸਟਰੀ ਦੇ ਰਾਹੀਂ, ਠੀਕ ਹੈ ਜੀ। ਇੱਥੇ ਆਪਾਂ ਨੇ 7 ਪੁਆਇੰਟ ਪੜ੍ਹੇ ਨੇ, ਠੀਕ ਹੈ ਜੀ, ਜਿੱਥੋਂ ਆਪਾਂ ਨੂੰ ਪਤਾ ਚੱਲਦਾ ਕਿ ਇੰਡਸਟਰੀ ਦਾ ਵਿਕਾਸ ਹੋਣਾ ਕਿੰਨਾ ਜ਼ਰੂਰੀ ਹੈ। ਇੰਡਸਟਰੀ ਦੇ ਵਿਕਾਸ ਹੋਣ ਨਾਲ ਕਿਹੜੀਆਂ ਜ਼ਰੂਰਤਾਂ ਆਪਣੀਆਂ ਜਿਹੜੀ ਹੈਗੀਆਂ ਨੇ ਪੂਰੀਆਂ ਹੁੰਦੀਆਂ ਨੇ, ਠੀਕ ਹੈ ਜੀ। ਹੁਣ ਉਦਯੋਗਾਂ ਦੇ ਵਿਕਾਸ ਦੇ ਲਈ ਜਿਹੜੀ ਆਪਾਂ ਨੂੰ ਜ਼ਰੂਰਤ ਹੈਗੀਆਂ ਨੇ ਚੀਜ਼ਾਂ, ਜਿਹੜੇ ਆਪਣੇ ਪੁਆਇੰਟ ਡਿਸਕਸ ਕੀਤੇ ਨੇ ਉਹ ਫਟਾਫਟ ਆਪਾਂ ਪੁਆਇੰਟ ਜਿਹੜੇ 7 ਦੇ 7 ਨੇ ਉਹ ਤੁਹਾਨੂੰ ਮੈਂ ਦੱਸ ਦਿੰਦੀ ਹਾਂ ਕਿਹੜੇ ਨੇ। ਤਾਂ ਸਭ ਤੋਂ ਪਹਿਲਾਂ ਕੀ ਹੈ, ਇੰਡਸਟਰੀ ਦੇ ਵਿਕਾਸ ਹੋਣ ਲਈ ਕੀ ਜ਼ਰੂਰੀ ਹੈ, ਇਹਦੇ ਨਾਲ ਕੀ ਹੋਊਗੀ, ਬੈਲੈਂਸ ਇਕੋਨਮੀ ਆਊਗੀ, ਯਾਨੀ ਇਕੋਨਮੀ ਦੇ ਵਿੱਚ ਕੀ ਆਊਗਾ, ਸੰਤੁਲਨ ਆਊਗਾ, ਠੀਕ ਹੈ ਜੀ। ਇਨਕਰੀਜ਼ ਇਨ ਇੰਪਲੋਇਮੈਂਟ ਵਧੂਗੀ, ਯਾਨੀ ਕਿ ਰੁਜ਼ਗਾਰ ਮਿਲੂਗਾ ਲੋਕਾਂ ਨੂੰ। ਇਨਕਰੀਜ਼ ਨੈਸ਼ਨਲ ਇਨਕਮ, ਆਪਣੀ ਜੋ ਨੈਸ਼ਨਲ ਇਨਕਮ ਹੈ ਉਹ ਕੀ ਹੋਊਗੀ, ਵਧੂਗੀ, ਠੀਕ ਹੈ ਜੀ। ਪ੍ਰਤੀ ਵਿਅਕਤੀ ਆਮਦਨ ਵਧੂਗੀ, ਰੁਜ਼ਗਾਰ ਵਧੇਗਾ, ਠੀਕ है जी। तो होर की पॉइंट पढ़िया आपाने, लैस जी प्रैशर है, यानी जो पॉपूलेशन का प्रैशर है लैंड के उत्ते वो की होगा, वो घट होगा, क्योंकि जोड़े लोग ने वो अद्धे जोड़े है इंडस्ट्री के भी काम करने लई जाणगे, ठीक है जी।
ਹੁਣ ਜਿਹੜੇ ਯੁੱਧ ਦੇ ਲਈ ਡਿਫੈਂਸ ਦੇ ਲਈ ਜੋ ਵੀ ਆਪਾਂ ਨੂੰ ਔਜ਼ਾਰ ਚਾਹੀਦੇ ਐਸੈਂਸ਼ੀਅਲ ਔਜ਼ਾਰ ਇਨਸਟਰੂਮੈਂਟ ਜਿਹੜੇ ਯੁੱਧ ਦੇ ਲਈ ਚਾਹੀਦੇ ਨੇ ਉਹ ਆਪਾਂ ਇੰਡਸਟਰੀ ਦੇ ਵਿੱਚ ਤਿਆਰ ਕਰ ਸਕਦੇ ਹਾਂ। ਠੀਕ ਹੈ ਜੀ। ਹੋਰ ਕੀ ਹੋਊਗੀ ਦੇਸ਼ ਦੇ ਵਿੱਚ ਜੇ ਆਪਾਂ ਚਾਹੁੰਦੇ ਹਾਂ ਕਿ ਆਪਾਂ ਐਕਸਪੋਰਟ ਘੱਟ ਕਰੀਏ ਯਾਨੀ ਕਿ ਆਪਾਂ ਦੂਸਰੇ ਦੇਸ਼ ਤੋਂ ਘੱਟ ਚੀਜ਼ਾਂ ਮੰਗਵਾਈਏ ਐਕਸਪੋਰਟ ਘੱਟ ਕਰੀਏ ਇੰਪੋਰਟ ਘੱਟ ਕਰੀਏ ਤਾਂ ਇਹਦੇ ਲਈ ਜ਼ਰੂਰੀ ਹੈ ਕਿ ਆਪਾਂ ਕੀ ਕਰੀਏ ਇੰਡਸਟਰੀ ਦਾ ਵਿਕਾਸ ਕਰੀਏ। ਠੀਕ ਹੈ ਜੀ। ਸੈਲਫ ਡਿਪੈਂਡੈਂਸ ਦੇ ਲਈ। ਠੀਕ ਹੈ ਜੀ। ਹੋਰ ਪੁਆਇੰਟ ਆਪਾਂ ਨੇ ਕੀ ਪੜਿਆ ਪ੍ਰੋਡਕਸ਼ਨ ਆਫ ਜਿਹੜੀਆਂ ਸੋਸ਼ਲ ਨੀਡਸ ਨੇ ਉਹਨੂੰ ਪੂਰਾ ਕਰਨ ਦੇ ਲਈ ਕੀ ਹੈ ਉਹਦਾ ਇੰਡਸਟਰੀ ਦਾ ਵਿਕਾਸ ਹੋਣਾ ਜ਼ਰੂਰੀ ਹੈ। ਠੀਕ ਹੈ ਜੀ। ਨੈਕਸਟ ਕੀ ਪੜ੍ਹਦੇ ਹਾਂ ਆਪਾਂ ਗਰੋਥ ਆਫ ਇੰਡਸਟਰੀਅਲਾਈਜੇਸ਼ਨ ਇਨ ਇੰਡੀਆ ਕਿ ਕਿਸ ਤਰ੍ਹਾਂ ਦੀ ਗਰੋਥ ਹੈ ਭਾਰਤ ਵਿੱਚ ਉਦਯੋਗੀਕਰਨ ਦਾ ਵਿਕਾਸ। ਠੀਕ ਹੈ ਜੀ। ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਉਦਯੋਗਾਂ ਦਾ ਬਹੁਤ ਹੀ ਘੱਟ ਵਿਕਾਸ ਹੋਇਆ ਸੀ। ਦੇਸ਼ ਵਿੱਚ ਮੁੱਢਲੇ ਵੱਡੇ ਉਦਯੋਗ ਜਿਵੇਂ ਮਸ਼ੀਨਾਂ ਲੋਹਾ ਇਸਪਾਤ ਬਿਜਲੀ ਦਾ ਸਮਾਨ ਯਾਤਾਯਾਤ ਦਾ ਸਾਧਨ ਆਦਿ ਸੰਬੰਧੀ ਉਦਯੋਗਾਂ ਦਾ ਨਾ ਮਾਤਰ ਪ੍ਰਭਾਵ ਸੀ। ਦੇਸ਼ ਵਿੱਚ ਸਿਰਫ ਉਦਯੋਗ ਉਪਭੋਗਤਾ ਵਸਤਾਂ ਜਿਵੇਂ ਕੱਪੜਾ ਪਟਸਨ ਮਾਚਿਸ ਆਦਿ ਦਾ ਹੀ ਉਦਯੋਗ ਸੀਗਾ। ਹੁਣ ਜਿਵੇਂ ਦੇਖਿਆ ਹੋਊਗਾ ਆਜ਼ਾਦੀ ਤੋਂ ਪਹਿਲਾਂ ਯਾਨੀ ਉਸ ਸਮੇਂ ਕੀ ਹੋਇਆ ਸੀ ਇੰਡਸਟਰੀ ਦਾ ਇੰਨਾ ਜ਼ਿਆਦਾ ਵਿਕਾਸ ਨਹੀਂ ਹੋਇਆ ਸੀਗਾ। ਤਾਂ ਉਸ ਸਮੇਂ ਕੀ ਸੀਗੀਆਂ ਜੋ ਆਪਾਂ ਹੁਣ ਬੜੇ ਫੈਕਟਰੀ ਦੇਖਦੇ ਹਾਂ ਬੜੇ ਉਹ ਦੇਖਦੇ ਹਾਂ ਮਸ਼ੀਨ ਦੇਖਦੇ ਹਾਂ ਉਹ ਆਪਣੇ ਇੰਡੀਆ ਦੇ ਵਿੱਚ ਨਹੀਂ ਪ੍ਰੋਡਿਊਸ ਕੀਤੇ ਜਾਂਦੇ ਸੀਗੇ ਉਹ ਆਪਾਂ ਬਾਹਰੋਂ ਮੰਗਵਾਉਂਦੇ ਹੁੰਦੇ ਸੀਗੇ। ਬਾਹਰੋਂ ਆਪਾਂ ਕੀ ਕਰਦੇ ਹੁੰਦੇ ਸੀ ਇੰਪੋਰਟ ਕਰਦੇ ਹੁੰਦੇ ਸੀਗੇ। ਤਾਂ ਕਿ ਉਸ ਸਮੇਂ ਪਹਿਲਾਂ ਕੀ ਹੁੰਦਾ ਸੀਗਾ ਜਿਵੇਂ ਕੱਪੜਾ ਪਟਸਨ ਜੋ ਯਾਨੀ ਕਿ ਜੋ ਖੇਤਾਂ ਦੇ ਨਾਲ ਹੀ ਖੇਤੀ ਕਰਨ ਦੇ ਨਾਲ ਹੀ ਜੋ ਆਪਣੀ ਜ਼ਰੂਰਤਾਂ ਸੀਗੀਆਂ ਉਹ ਪੂਰਾ ਕਰਦੇ ਹੁੰਦੇ ਸੀ ਔਰ ਬਾਕੀ ਚੀਜ਼ਾਂ ਜੋ ਇੰਡਸਟਰੀ ਦੇ ਵਿੱਚ ਬਣਦੀਆਂ ਨੇ ਉਹ ਆਪਾਂ ਬਾਹਰੋਂ ਮੰਗਵਾਉਂਦੇ ਹੁੰਦੇ ਸੀਗੇ। ਇਹ ਸੀਗਾ ਉਸ ਸਮੇਂ। ਠੀਕ ਹੈ ਜੀ। ਦੇਸ਼ ਦੇ ਵਿੱਚ ਜ਼ਿਆਦਾਤਰ ਕੀ ਸੀਗਾ ਇਹੀ ਛੋਟੀਆਂ ਮੋਟੀਆਂ ਚੀਜ਼ਾਂ ਆਪਣੀ ਸੀਗੀਆਂ। ਛੋਟੇ ਅਤੇ ਕੁਟੀਰ ਉਦਯੋਗਾਂ ਵੀ ਜ਼ਿਆਦਾ ਵਿਕਸਿਤ ਨਹੀਂ ਸੀ। ਜਿਹੜੇ ਛੋਟੇ ਅਤੇ ਕੁਟੀਰ ਉਦਯੋਗ ਕੁਟੀਰ ਉਦਯੋਗ ਕਿਹੜੇ ਹੁੰਦੇ ਨੇ ਜਿਹੜੇ ਜਿੱਥੇ ਕੀ ਹੁੰਦੇ ਨੇ ਯਾਨੀ ਕਿ ਜਿੱਥੇ ਥੋੜੇ ਜਿਹੇ ਮੈਂਬਰ ਹੀ ਪਰਿਵਾਰ ਦੇ ਮੈਂਬਰ ਹੀ ਕਹਿ ਲਓ ਉਹ ਪਰਿਵਾਰ ਦੇ ਮੈਂਬਰ ਹੀ ਆਪਣਾ ਗੁਜ਼ਾਰਾ ਕਰਨ ਦੇ ਲਈ ਉਹ ਆਪਣਾ ਛੋਟੇ ਉਦਯੋਗ ਘਰ ਦੇ ਵਿੱਚ ਹੀ ਲਗਾ ਲੈਂਦੇ ਹੁੰਦੇ ਨੇ ਥੋੜੀ ਜਗ੍ਹਾ ਦੇ ਵਿੱਚ। ਠੀਕ ਹੈ ਜੀ। ਇਹਨਾਂ ਦਾ ਵੀ ਕਾਫੀ ਜ਼ਿਆਦਾ ਵਿਕਾਸ ਨਹੀਂ ਹੋਈ ਸੀ ਜਿਵੇਂ ਕਿ ਕੋਈ ਕੈਂਚੀ ਬਣਾਉਣ ਵਾਲਾ ਹੁੰਦਾਗਾ ਮੋਚੀ ਹੋ ਗਿਆ। ਠੀਕ ਹੈ ਜੀ। ਜੁੱਤੀਆਂ ਬਣਾਉਣ ਵਾਲਾ ਹੋ ਗਿਆ। ਠੀਕ ਹੈ ਜੀ। ਡਿਜ਼ਾਈਨਿੰਗ ਕਰਨ ਵਾਲਾ ਹੋ ਗਿਆ। ਇਹ ਸਾਰੇ ਕੀ ਨੇ ਲਘੂ ਕੁਟੀਰ ਉਦਯੋਗ ਹੋ ਜਾਂਦੇ ਨੇ। ਠੀਕ ਹੈ ਜੀ। ਇਹਨਾਂ ਦਾ ਵੀ ਵਿਕਾਸ ਨਹੀਂ ਸੀਗਾ ਪਰੰਤੂ ਆਜ਼ਾਦੀ ਪਿੱਛੋਂ ਦੇਸ਼ ਦੇ ਵਿੱਚ ਕਾਫੀ ਹੱਦ ਤੱਕ ਉਦਯੋਗੀਕਰਨ ਕੀਤਾ ਗਿਆ। ਉਦਯੋਗੀਕਰਨ ਮਤਲਬ ਉਦਯੋਗਾਂ ਦਾ ਵਿਕਾਸ ਕੀਤਾ ਗਿਆ। ਠੀਕ ਹੈ ਜੀ। ਉਦਯੋਗ ਸਥਾਪਿਤ ਕੀਤੇ ਗਏ। ਇਸ ਦੇ ਸਿੱਟੇ ਵਜੋਂ ਭਾਰਤ ਦਾ ਸੰਸਾਰ ਵਿੱਚ ਕੀ ਹੋ ਗਿਆ ਉਦਯੋਗਾਂ ਦੇ ਵਿੱਚ 10ਵਾਂ ਸਥਾਨ ਪ੍ਰਾਪਤ ਹੋ ਗਿਆ। ਯਾਨੀ ਕਿ ਜਦੋਂ ਆਜ਼ਾਦੀ ਤੋਂ ਬਾਅਦ ਆਪਾਂ ਨੇ ਇੰਡਸਟਰੀ ਦੇ ਸਥਾਪਿਤ ਕਰਨ ਦੇ ਉੱਤੇ ਜ਼ੋਰ ਦਿੱਤਾ ਤਾਂ ਆਪਾਂ ਕੀ ਆ ਗਿਆ 10ਵੇਂ ਨੰਬਰ ਦੇ ਉੱਤੇ ਆ ਗਏ ਇੰਡੀਆ ਦੇ ਵਿੱਚ ਜਿੱਥੇ ਇੰਡਸਟਰੀ ਦਾ ਵਿਕਾਸ ਦੇ ਵਿੱਚ। ਠੀਕ ਹੈ ਜੀ। ਮੁੱਖ ਇਹਦੀ ਵਿਸ਼ੇਸ਼ਤਾਵਾਂ ਕੀ ਨੇ ਇੰਡਸਟਰੀ ਦੇ ਵਿਕਾਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਨੇ ਇਹ ਆਪਾਂ ਪੜ੍ਹਦੇ ਹਾਂ। ਮਜ਼ਬੂਤ ਉਦਯੋਗਿਕ ਢਾਂਚਾ ਇਹਦੀ ਵਿਸ਼ੇਸ਼ਤਾ ਇਹ ਹੈ ਕਿ ਸਭ ਤੋਂ ਪਹਿਲਾਂ ਮਜ਼ਬੂਤ ਉਦਯੋਗਿਕ ਢਾਂਚਾ ਜੋ ਉਦਯੋਗ ਦਾ ਢਾਂਚਾ ਹੈ ਜੋ ਉਹਦਾ ਸਟਰਕਚਰ ਹੈ ਬੇਸ ਹੈ ਉਹ ਕੀ ਹੋਣਾ ਚਾਹੀਦਾ ਸਟਰੋਂਗ ਹੋਣਾ ਚਾਹੀਦਾ। ਸਟਰੋਂਗ ਇੰਡਸਟਰੀਅਲ ਬੇਸ ਆਰਥਿਕ ਆਯੋਜਨ ਕਰਨ ਨਾਲ ਭਾਰਤ ਦਾ ਉਦਯੋਗਿਕ ਢਾਂਚਾ ਪਹਿਲਾਂ ਤੋਂ ਮਜ਼ਬੂਤ ਹੋ ਗਿਆ ਹੈ ਜਿੱਥੇ 1991 ਵਿੱਚ ਉਦਯੋਗਿਕ ਖੇਤਰ ਵਿੱਚ ਉਤਪਾਦਿਤ ਰਾਸ਼ਟਰੀ ਆਮਦਨ ਵਿੱਚ ਉਪਭੋਗ ਪਦਾਰਥਾਂ ਦਾ ਉਤਪਾਦਨ ਕਰਨ ਵਾਲੇ ਉਦਯੋਗਾਂ ਦਾ ਭਾਗ 70% ਸੀ ਉੱਥੇ ਹੁਣ ਇਸ ਦਾ ਭਾਗ ਸਿਰਫ 30% ਰਹਿ ਗਿਆ ਹੈ। ਯਾਨੀ ਕਿ ਜਿਹੜੀਆਂ ਚੀਜ਼ਾਂ ਆਜ਼ਾਦੀ ਤੋਂ ਪਹਿਲਾਂ ਕੀਤੀਆਂ ਜਾਂਦੀਆਂ ਸੀਗੀਆਂ ਯਾਨੀ ਉਹ 70% ਜਿਹੜੇ ਉਤਪਾਦਨ ਆਪਾਂ ਖੇਤੀ ਤੋਂ ਕਰਦੇ ਸੀਗੇ ਉਹ ਹੁਣ 30% ਹੋ ਗਿਆ। ਬਾਕੀ ਆਪਾਂ ਕੀ ਕਰਨ ਲੱਗੇ ਉਦਯੋਗਾਂ ਦੁਆਰਾ ਕਰਨ ਲੱਗੇ। ਯੋਜਨਾ ਕਾਲ ਵਿੱਚ ਮੁੱਢਲੇ ਉਦਯੋਗਾਂ ਜਿਵੇਂ ਕਿ ਇਸਪਾਤ ਮਸ਼ੀਨਾਂ ਬਿਜਲੀ ਦਾ ਸਮਾਨ ਇੰਜੀਨੀਅਰਿੰਗ ਦੇ ਸਮਾਨ ਦੇ ਵਿਕਾਸ ਨਾਲ ਉਤਪਾਦਨ ਵਿੱਚ ਵਿਵਿਧਤਾ ਵੱਧ ਗਈ। ਯਾਨੀ ਕਿ ਇਹਨਾਂ ਦੀ ਸੰਖਿਆ ਕੀ ਹੋਈ ਵੱਧ ਗਈ। ਇਹ ਸਾਰੀਆਂ ਚੀਜ਼ਾਂ ਦੀ ਸੰਖਿਆ ਵੱਧ ਗਈ ਜਦੋਂ ਉਦਯੋਗਾਂ ਦਾ ਵਿਕਾਸ ਹੋਇਆ ਤਾਂ ਦੇਸ਼ ਵਿੱਚ ਕਈ ਨਵੀਆਂ ਅਤੇ ਮਹੱਤਵਪੂਰਨ ਵਸਤੂਆਂ ਦਾ ਵਿਕਾਸ ਹੋਇਆ। ਠੀਕ ਹੈ ਜੀ। ਉਦਯੋਗਿਕ ਵਿਕਾਸ ਸੰਤੁਲਨ ਹੋ ਗਿਆ। ਠੀਕ ਹੈ। ਫਿਰ ਉਹਦੇ ਨਾਲ ਕੀ ਹੋ ਗਿਆ ਉਦਯੋਗਿਕ ਦਾ ਵਿਕਾਸ ਹੋ ਗਿਆ ਜਦੋਂ ਇਹ ਸਾਰੀਆਂ ਚੀਜ਼ਾਂ ਦਾ ਉਦਯੋਗੀਕਰਨ ਕੀਤਾ ਗਿਆ ਤਾਂ। ਸੈਕੰਡ ਪੁਆਇੰਟ ਕੀ ਹੈ ਆਧੁਨਿਕਰਨ ਮੋਡਰਨਾਈਜੇਸ਼ਨ। ਠੀਕ ਹੈ ਜੀ। ਮਾਡਰਨਾਈਜੇਸ਼ਨ ਦੇ ਵਿੱਚ ਕੀ ਆ ਅਨੇਕ ਉਦਯੋਗਾਂ ਦੇ ਆਧੁਨਿਕਰਨ ਰਾਹੀਂ ਉਤਪਾਦਨ ਤਕਨੀਕਾਂ ਨੂੰ ਸੁਧਾਰਿਆ ਗਿਆ। ਠੀਕ ਹੈ ਜੀ। ਇਹਦੇ ਨਾਲ ਕੀ ਕੀਤਾ ਗਿਆ ਨਵੇਂ ਖੋਜ ਕੀਤੇ ਗਏ ਇਹਦੇ ਨਾਲ ਇੰਡਸਟਰੀ ਦੀਆਂ ਨਵੇਂ ਤਕਨੀਕ ਕੱਢੇ ਗਏ। ਠੀਕ ਹੈ ਜੀ। ਨਵੇਂ ਉਦਯੋਗਾਂ ਦੇ ਉਤਪਾਦਨ ਤਕਨੀਕ ਨੂੰ ਜਿੱਥੇ ਤੱਕ ਸੰਭਵ ਹੋ ਸਕਿਆ ਸੀਗਾ ਉੱਥੋਂ ਤੱਕ ਇਹਨੂੰ ਠੀਕ ਕੀਤਾ ਗਿਆ ਜਿਸ ਦੇ ਲਈ ਵਿਦੇਸ਼ੀ ਤਕਨੀਕ ਸਹਿਯੋਗ ਵੀ ਆਈ। ਯਾਨੀ ਕਿ ਜੋ ਵਿਦੇਸ਼ੀ ਤਕਨੀਕ ਯੂਜ਼ ਕਰਦੇ ਸੀ ਨਾ ਆਪਾਂ ਦੇਖਿਆ ਕਿ ਬਾਹਰਲੇ ਦੇਸ਼ ਦੇ ਵਿੱਚ ਕਿਸ ਤਰ੍ਹਾਂ ਪ੍ਰੋਡਕਸ਼ਨ ਕਰਦੇ ਨੇ ਕਿ ਉਹਨਾਂ ਦਾ ਜੋ ਉਤਪਾਦਨ ਲਾਗਤ ਘੱਟ ਲੱਗਦੀ ਹੈ ਜਾਂ ਫਿਰ ਉੱਥੋਂ ਦੀ ਜੋ ਮਾਲ ਹੈ ਵਧੀਆ ਬਣਦਾ
ਉਸ ਤਰ੍ਹਾਂ ਦੀਆਂ ਤਕਨੀਕਾਂ ਨੂੰ ਅਪਣਾਇਆ ਗਿਆ, ਵਿਦੇਸ਼ੀ ਤਕਨੀਕ ਨੂੰ ਅਪਣਾਇਆ ਗਿਆ, ਜਿਸ ਦੇ ਸਿੱਟੇ ਵਜੋਂ ਉਦਯੋਗਿਕ ਉਤਪਾਦਨ ਦੀ ਗੁਣਵੱਤਾ ਵੱਧ ਗਈ। ਜਿਹਦੇ ਨਾਲ ਕੀ ਹੋਇਆ, ਜੋ ਉਦਯੋਗਾਂ ਦੁਆਰਾ ਉਤਪਾਦਨ ਕੀਤਾ ਜਾਂਦਾ ਸੀ ਉਹ ਕੀ ਹੋ ਗਿਆ, ਵੱਧ ਗਿਆ, ਇਨਕਰੀਜ਼ ਹੋ ਗਿਆ। ਠੀਕ ਹੈ ਜੀ। ਆਧੁਨਿਕਰਨ ਮਤਲਬ ਜਿਹਦੇ ਨਾਲ ਆਪਾਂ ਕੀ ਕੀਤਾ, ਨਵੇਂ ਤਕਨੀਕ ਕੱਢੇ, ਵਿਦੇਸ਼ੀ ਤਕਨੀਕਾਂ ਨੂੰ ਅਪਣਾਇਆ, ਜਿਹਦੇ ਨਾਲ ਕੀ ਹੋਇਆ, ਆਪਣਾ ਜੋ ਉਤਪਾਦਨ ਲਾਗਤ ਘਟ ਗਈ ਤੇ ਜੋ ਪ੍ਰੋਡਕਸ਼ਨ ਸੀਗੀ ਇੰਡਸਟਰੀ ਦਾ ਉਹ ਕੀ ਹੋ ਗਿਆ, ਵੱਧ ਗਿਆ। ਠੀਕ ਹੈ ਜੀ। ਨੈਕਸਟ ਥਰਡ ਪੁਆਇੰਟ ਕੀ ਹੈ, ਸਰਵਜਨਕ ਖੇਤਰ ਦਾ ਵਿਕਾਸ। ਕਿਸ ਤਰ੍ਹਾਂ ਸਰਵਜਨਕ ਖੇਤਰ ਦਾ ਵਿਕਾਸ ਕੀਤਾ ਗਿਆ। ਠੀਕ ਹੈ ਜੀ। ਸਰਵਜਨਕ ਖੇਤਰ ਵਿੱਚ ਵੱਖ-ਵੱਖ ਉਦਯੋਗਾਂ ਵਿੱਚ ਭਾਰੀ ਨਿਵੇਸ਼ ਰਾਹੀਂ ਉਹਨਾਂ ਕਈ ਉਦਯੋਗਾਂ ਦੀ ਸਥਾਪਨਾ ਕੀਤੀ ਗਈ। ਹੁਣ ਸਰਵਜਨਕ ਖੇਤਰ ਦੇ ਵਿੱਚ ਕੀ ਕੀਤਾ ਗਿਆ, ਭਾਰੀ ਮਾਤਰਾ ਦੇ ਵਿੱਚ ਨਿਵੇਸ਼ ਕੀਤਾ ਗਿਆ। ਸਰਵਜਨਕ ਖੇਤਰ ਕਿਹੜੇ ਹੁੰਦੇ ਨੇ, ਜਿਹੜੇ ਕਿ ਸਰਕਾਰ ਦੇ ਕੰਟਰੋਲ ਦੇ ਹੇਠ ਹੁੰਦੇ ਨੇ। ਠੀਕ ਹੈ ਜੀ। ਉਹਨਾਂ ਦੇ ਵਿੱਚ ਕੀ ਹੋ ਗਿਆ, ਉਦਯੋਗਾਂ ਦਾ ਵਿਕਾਸ ਕਰਨ ਲਈ ਭਾਰੀ ਨਿਵੇਸ਼ ਕੀਤਾ ਗਿਆ। ਨਿਵੇਸ਼ ਦਾ ਮਤਲਬ ਹੁੰਦਾਗਾ ਪੂੰਜੀ ਦੇ ਵਿੱਚ ਵਾਧਾ ਕਰਨਾ। ਠੀਕ ਹੈ ਜੀ। ਪੂੰਜੀ ਦੇ ਸਟਾਕ ਵਿੱਚ ਵਾਧਾ ਕਰਨਾ, ਜੋ ਆਰਥਿਕ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਦੇ ਲਈ ਜ਼ਰੂਰੀ ਹੈ। ਹੁਣ ਆਰਥਿਕ ਵਿਕਾਸ ਦੇ ਲਈ ਜ਼ਰੂਰੀ ਹੈ ਕਿ ਸਰਵਜਨਕ ਖੇਤਰ ਦਾ ਵਿਕਾਸ ਹੋਵੇ। ਉਹਨਾਂ ਦੀ ਸਥਾਪਨਾ ਕਰਨ ਲਈ ਨਿੱਜੀ ਖੇਤਰ ਦੀ ਰੁਚੀ ਨਹੀਂ ਸੀ। ਹੁਣ ਦੇਖੋ, ਆਰਥਿਕ ਵਿਕਾਸ ਕਰਨਾ ਹੋਵੇ ਤਾਂ ਕੋਈ ਵੀ ਨਿੱਜੀ ਯਾਨੀ ਪ੍ਰਾਈਵੇਟ ਸੈਕਟਰ ਕਦੇ ਵੀ ਕੋਈ ਕੰਮ ਕਰੂਗਾ ਆਰਥਿਕ ਵਿਕਾਸ ਦੇ ਲਈ ਨਹੀਂ। ਉਹ ਕਾਹਦੇ ਲਈ ਕੰਮ ਕਰੂਗਾ, ਪ੍ਰੋਫਿਟ ਕਮਾਉਣ ਦੇ ਲਈ ਕਰੂਗਾ। ਤਾਂ ਆਰਥਿਕ ਵਿਕਾਸ ਲਈ ਕਿਹਨੂੰ ਆਣਾ ਪਿਆ ਅੱਗੇ, ਸਰਕਾਰ ਨੂੰ, ਗਵਰਨਮੈਂਟ ਨੂੰ ਅੱਗੇ ਆਣਾ ਪਿਆ। ਤਾਂ ਕਰਕੇ ਕੀ ਹੋਇਆ, ਸਰਵਜਨਕ ਖੇਤਰ ਦਾ ਵਿਕਾਸ ਹੋ ਸਕਿਆ। ਨੈਕਸਟ ਪੁਆਇੰਟ ਕੀ ਆ, ਅਧੋਸੰਰਚਨਾ ਦਾ ਨਿਰਮਾਣ। ਅਧੋਸੰਰਚਨਾ ਦਾ ਨਿਰਮਾਣ, ਬਿਲਡਿੰਗ ਅਪ ਆਫ ਇਨਫਰਾਸਟ੍ਰਕਚਰ ਆਪਾਂ ਨੇ ਪਹਿਲਾਂ ਵੀਡੀਓ ਦੇ ਵਿੱਚ ਪੜਿਆ ਕੀ ਹੁੰਦੇ ਨੇ ਇਨਫਰਾਸਟ੍ਰਕਚਰ। ਠੀਕ ਹੈ ਜੀ। ਉਹਦਾ ਵਿਕਾਸ ਕਰਨਾ, ਠੀਕ ਹੈ ਜੀ, ਉਹਦਾ ਨਿਰਮਾਣ ਕਰਨਾ, ਇਹ ਕੀ ਹੈ, ਜ਼ਰੂਰੀ ਆ ਜੇ ਆਪਾਂ ਖੇਤੀਬਾੜੀ ਦਾ ਵਿਕਾਸ ਕਰਨਾ ਇੰਡਸਟਰੀ ਦਾ ਵਿਕਾਸ ਕਰਨਾ ਚਾਹੁੰਦੇ ਹਾਂ। ਉਦਯੋਗਿਕ ਵਿਕਾਸ ਲਈ ਅਧੋਸੰਰਚਨਾ ਇਨਫਰਾਸਟ੍ਰਕਚਰ ਜਿਵੇਂ ਕਿ ਬਿਜਲੀ, ਸੜਕਾਂ, ਰੇਲਵੇ, ਸੰਚਾਰ ਆਦਿ ਦਾ, ਇਹ ਸਾਰੇ ਕਿਨੇ, ਬਿਜਲੀ, ਟਰਾਂਸਪੋਰਟ, ਜਿੰਨੇ ਵੀ ਕਮਿਊਨੀਕੇਸ਼ਨ, ਟਰਾਂਸਪੋਰਟ, ਰੇਲਵੇ, ਸੰਚਾਰ, ਜਿੰਨੇ ਵੀ ਚੀਜ਼ਾਂ ਇਹ ਸਾਰੇ ਕਿਨੇ, ਇਨਫਰਾਸਟ੍ਰਕਚਰ ਨੇ, ਅਧੋਸੰਰਚਨਾ ਨੇ। ਠੀਕ ਹੈ ਜੀ। ਆਦਿ ਦੀ ਜ਼ਰੂਰਤ ਪੈਂਦੀ ਹੈ। ਇਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ ਇਹਦੇ ਵਿਕਾਸ ਦੇ ਲਈ, ਉਦਯੋਗਾਂ ਦੇ ਵਿਕਾਸ ਲਈ। ਭਾਰਤ ਦੀਆਂ 5 ਸਾਲਾ ਯੋਜਨਾ ਵਿੱਚ ਅਧੋਸੰਰਚਨਾ ਦਾ ਕਾਫੀ ਨਿਰਮਾਣ ਕੀਤਾ ਗਿਆ, ਜਿਵੇਂ ਕਿ ਬਿਜਲੀ ਦੇ ਉਪਕਰਨ ਬਣਾਇਆ ਗਿਆ। ਠੀਕ ਹੈ ਜੀ। ਰੇਲਾਂ ਦੇ ਲਈ ਇੰਜਣ ਬਣਾਏ ਗਏ, ਡੱਬੇ ਬਣਾਏ ਗਏ, ਟੈਲੀਫੋਨ ਆਦਿ, ਇਹ ਸਾਰੀਆਂ ਚੀਜ਼ਾਂ ਨੂੰ ਕਾਫੀ ਮਾਤਰਾ ਦੇ ਵਿੱਚ ਪ੍ਰੋਡਿਊਸ ਕੀਤਾ ਗਿਆ ਤਾਂ ਜੋ ਇੰਡਸਟਰੀ ਦਾ ਵਿਕਾਸ ਹੋਵੇ। ਕਿਉਂਕਿ ਇਹ ਦੇਖੋ, ਇਨਫਰਾਸਟ੍ਰਕਚਰ ਵੀ ਖੇਤੀਬਾੜੀ ਦੀ ਤਰ੍ਹਾਂ ਇੰਡਸਟਰੀ ਦੇ ਨਾਲ ਲਿੰਕ ਹੈ। ਕਿਉਂਕਿ ਦੇਖੋ, ਜੋ ਵੀ ਸਮਾਨ ਬਣਦਾਗਾ ਉਹਨੂੰ ਇੱਧਰ ਤੋਂ ਇੱਧਰ ਦੂਸਰੇ ਥਾਂ ਤੱਕ ਲੈ ਜਾਣ ਦੇ ਲਈ ਟਰਾਂਸਪੋਰਟ ਦੀ ਜ਼ਰੂਰਤ ਪੈਂਦੀ ਹੈ। ਠੀਕ ਹੈ ਜੀ। ਵਪਾਰ ਕਰਨ ਦੇ ਲਈ ਆਪਣੀ ਕਮਿਊਨੀਕੇਸ਼ਨ, ਟੈਲੀਫੋਨ, ਠੀਕ ਹੈ ਜੀ, ਮੋਬਾਈਲ ਫੋਨ ਆਦਿ ਦੀ ਜ਼ਰੂਰਤ ਪੈਂਦੀ ਹੈ। ਠੀਕ ਹੈ ਜੀ। ਕੰਪਿਊਟਰ ਦੀ ਹੁਣ ਟੈਕਨੋਲੋਜੀ ਦੀ ਜ਼ਰੂਰਤ ਪੈਂਦੀ ਆ ਖੇਤੀਬਾੜੀ ਦੇ ਵਿਕਾਸ ਲਈ ਵੀ ਔਰ ਉਦਯੋਗਾਂ ਦੇ ਵਿਕਾਸ ਲਈ ਵੀ। ਠੀਕ ਹੈ ਜੀ। ਤੇ ਇਹਦੇ ਲਈ ਜ਼ੋਰ ਦਿੱਤਾ ਗਿਆ। ਇਸ ਲਈ ਕਹਿੰਦੇ ਨੇ ਜੇ ਆਪਾਂ ਚਾਹੁੰਦੇ ਹਾਂ ਕਿ ਖੇਤੀਬਾੜੀ ਦਾ ਇੰਡਸਟਰੀ ਦਾ ਵਿਕਾਸ ਹੋਵੇ ਤਾਂ ਇਨਫਰਾਸਟ੍ਰਕਚਰ ਨੇ ਉਹਦਾ ਕੀ ਹੋਣਾ ਚਾਹੀਦਾ, ਜ਼ਰੂਰੀ ਹੋਣਾ ਚਾਹੀਦਾ ਵਿਕਾਸ। ਠੀਕ ਹੈ ਜੀ। ਨੈਕਸਟ ਪੁਆਇੰਟ ਕੀ ਆਪਣਾ 5th, ਰਾਸ਼ਟਰੀ ਆਮਦਨ ਅਤੇ ਨਿਰਯਾਤ ਵਿੱਚ ਉਦਯੋਗਾਂ ਦਾ ਵਾਧਾ ਹੋਇਆ ਹਿੱਸਾ। ਠੀਕ ਹੈ ਜੀ। ਭਾਰਤ ਦਾ ਰਾਸ਼ਟਰੀ ਆਮਦਨ ਵਿੱਚ ਉਦਯੋਗਾਂ ਦਾ ਪ੍ਰਤੀਸ਼ਤ ਯੋਗਦਾਨ ਵਧਦਾ ਜਾ ਰਿਹਾ ਹੈ। ਕਿਉਂਕਿ ਹੁਣ ਜੇ ਭਾਰਤ ਦਾ ਜਿਹੜਾ ਰਾਸ਼ਟਰੀ ਆਮਦਨ ਦੇ ਵਿੱਚ ਉਦਯੋਗਾਂ ਦਾ ਯੋਗਦਾਨ ਵਧ ਰਿਹਾ, ਕਿਉਂਕਿ ਜੇ ਇੰਡਸਟਰੀ ਦਾ ਵਿਕਾਸ ਹੋਊਗਾ ਨਾ ਤਾਂ ਰਾਸ਼ਟਰੀ ਆਮਦਨ ਨੂੰ ਵੀ ਵਧਾਉਣ ਦੇ ਵਿੱਚ ਇਹ ਹੈਲਪਫੁਲ ਆ। ਤਾਂ ਜਦੋਂ ਰਾਸ਼ਟਰੀ ਆਮਦਨ ਵਧੂਗੀ ਤਾਂ ਇਹਦਾ ਜੋ ਉਦਯੋਗਾਂ ਦਾ ਹਿੱਸਾ ਹੈ ਰਾਸ਼ਟਰੀ ਆਮਦਨ ਨੂੰ ਵਧਾਉਣ ਦਾ ਉਹ ਵੀ ਵਧੇਗਾ। ਠੀਕ ਹੈ ਜੀ। ਪਹਿਲੀ 5 ਸਾਲਾ ਯੋਜਨਾ ਵਿੱਚ ਰਾਸ਼ਟਰੀ ਆਮਦਨ ਦਾ 16% ਭਾਗ ਉਦਯੋਗਾਂ ਤੋਂ ਪ੍ਰਾਪਤ ਹੁੰਦਾ ਸੀ। ਰਾਸ਼ਟਰੀ ਆਮਦਨ ਦਾ ਕਿੰਨਾ, 16%। ਪਹਿਲੀ 5 ਸਾਲਾ ਯੋਜਨਾ ਜਿਹੜੀ 1951 ਤੋਂ ਬਣੀ ਸੀ 56 ਤੱਕ, ਉਹਦੇ ਵਿੱਚ 16% ਉਦਯੋਗਾਂ ਤੋਂ ਆਪਾਂ ਨੂੰ ਰਾਸ਼ਟਰੀ ਆਮਦਨ ਪ੍ਰਾਪਤ ਹੁੰਦੀ ਸੀਗੀ। ਪਰੰਤੂ 5 ਸਾਲਾ ਯੋਜਨਾ ਦੌਰਾਨ ਯਾਨੀ ਉਸ ਤੋਂ ਬਾਅਦ ਜਿਹੜੀ ਯੋਜਨਾਵਾਂ ਬਣਾਈਆਂ ਗਈਆਂ ਸੀਗੀਆਂ, ਉਦਯੋਗਾਂ ਦਾ ਵਿਕਾਸ ਹੋਣ ਦੇ ਨਾਲ ਇਹਦਾ ਪ੍ਰਤੀਸ਼ਤ ਕਿੰਨਾ ਵੱਧ ਗਿਆ, 28% ਵੱਧ ਗਿਆ। ਉਦਯੋਗਿਕ ਖੇਤਰ ਤੋਂ ਪ੍ਰਾਪਤ ਹੋਣ ਲੱਗ ਪਿਆ ਰਾਸ਼ਟਰੀ ਆਮਦਨ। ਭਾਰਤ ਦੇ ਨਿਰਯਾਤ ਵਿੱਚ ਉਦਯੋਗਾਂ ਦਾ ਯੋਗਦਾਨ ਕਿੰਨਾ, ਹੁਣ ਨਿਰਯਾਤ ਆਪਾਂ ਇਧਰੋਂ ਸਮਾਨ ਦੂਸਰੇ ਦੇਸ਼ ਦੇ ਵਿੱਚ ਯਾਨੀ ਕਿ ਐਕਸਪੋਰਟ ਕਿੰਨਾ ਕਰਦੇ ਆ ਦੂਸਰੇ ਦੇਸ਼ ਦੇ ਵਿੱਚ, ਉਹ ਕਿੰਨਾ ਹੋ ਗਿਆ, 45% ਹੋ ਗਿਆ। ਠੀਕ ਹੈ ਜੀ। ਵਿਦੇਸ਼ੀ ਸਹਿਯੋਗ ਵਿੱਚ ਵਾਧਾ। ਹੁਣ ਵਿਦੇਸ਼ੀ ਸਹਿਯੋਗ ਮਤਲਬ ਵਿਦੇਸ਼ੀ ਸਹਿਯੋਗ, ਇਨਕਰੀਜ਼ ਇਨ ਫੋਰਨ
ਕੋਲੈਬੋਰੇਸ਼ਨ। ਠੀਕ ਹੈ ਜੀ, ਯੋਜਨਾਵਾਂ ਦੀ ਅਵਧੀ ਵਿੱਚ ਵਿਦੇਸ਼ੀ ਸਹਿਯੋਗ ਨਾਲ ਸਥਾਪਿਤ ਉਦਯੋਗਾਂ ਦੀ ਸੰਖਿਆ ਵਿੱਚ ਕਾਫੀ ਵਾਧਾ ਹੋਇਆ। ਯਾਨੀ ਕਿ ਜਿਹੜੇ ਵਿਦੇਸ਼ ਦੇ ਦੂਸਰੇ ਦੇਸ਼ ਨੇ ਉਹ ਕੀ ਕਰਦੇ ਨੇ, ਸਹਿਯੋਗ ਉਹਨਾਂ ਦੀ ਹੈਲਪ ਦੇ ਨਾਲ ਆਪਾਂ ਇੰਡੀਆ ਦੇ ਵਿੱਚ ਇੰਡਸਟਰੀ ਲਗਾਉਂਦੇ ਆ ਤੇ ਇਹਦੇ ਵੀ ਸੰਖਿਆ ਦੇ ਵਿੱਚ ਵਾਧਾ ਹੋਇਆ। ਯਾਨੀ ਕਿ ਵਿਦੇਸ਼ੀ ਸਹਿਯੋਗ ਦੇ ਨਾਲ ਕਈ ਇੰਡਸਟਰੀ ਨੂੰ ਸਥਾਪਿਤ ਕੀਤਾ ਗਿਆ। ਠੀਕ ਹੈ ਜੀ, ਨਵੀਂ ਉਦਯੋਗਿਕ ਨੀਤੀ ਦੇ ਸਿੱਟੇ ਵਜੋਂ ਇਸ ਵਿੱਚ ਹੋਰ ਵੀ ਤੇਜ਼ੀ ਨਾਲ ਵਾਧਾ ਹੋਣ ਲੱਗ ਗਿਆ ਤੇ ਜਦੋਂ ਨਵੀਆਂ ਨੀਤੀਆਂ ਬਣਾਈਆਂ ਗਈਆਂ ਤਾਂ ਵਿਦੇਸ਼ੀ ਦੁਆਰਾ ਜਿਹੜੇ ਇੰਡਸਟਰੀ ਸਥਾਪਿਤ ਕੀਤੇ ਗਏ ਸੀ ਉਹਦੀ ਸੰਖਿਆ ਦੇ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋਇਆ। ਹੁਣ ਭਾਰਤੀਆਂ ਨੂੰ ਵਿਦੇਸ਼ਾਂ ਜਿਵੇਂ ਕਿ ਮਲੇਸ਼ੀਆ, ਇੰਡੋਨੇਸ਼ੀਆ, ਨੇਪਾਲ ਆਦਿ ਕਈ ਦੇਸ਼ਾਂ ਵਿੱਚ ਭਿੰਨ ਪ੍ਰਕਾਰ ਦੇ ਉਦਯੋਗ ਸਥਾਪਿਤ ਕੀਤੇ ਗਏ। ਇਹ ਸਾਰੇ ਦੇਸ਼ ਨੇ, ਯਾਨੀ ਕਿ ਇੱਥੇ ਆਪਾਂ ਸਿਰਫ ਆਪਣੇ ਇੰਡੀਆ ਦੇ ਵਿੱਚ ਹੀ ਇੰਡਸਟਰੀ ਸਥਾਪਿਤ ਨਹੀਂ ਕੀਤਾ, ਆਪਾਂ ਨੇ ਦੂਸਰੇ ਦੇਸ਼ ਦੇ ਵਿੱਚ ਵੀ ਇੰਡੀਆ ਦੀ ਇੰਡਸਟਰੀ ਸਥਾਪਿਤ ਕੀਤਾ। ਠੀਕ ਹੈ ਜੀ, ਉਦਯੋਗਿਕ ਉਤਪਾਦਨ ਦੇ ਵਿੱਚ ਵਾਧਾ। ਠੀਕ ਹੈ ਜੀ, ਜੇ ਇੰਡਸਟਰੀ ਦਾ ਵਿਕਾਸ ਚਾਹੁੰਦੇ ਆ ਤਾਂ ਕੀ ਹੋਣਾ ਚਾਹੀਦਾਗਾ, ਉਹਦੀ ਉਤਪਾਦਕਤਾ ਸ਼ਕਤੀ ਕੀ ਨਹੀਂ ਹੋਣੀ ਚਾਹੀਦੀ ਹੈ, ਵੱਧ ਹੋਣੀ ਚਾਹੀਦੀ ਹੈ। 5 ਸਾਲਾ ਯੋਜਨਾਵਾਂ ਦੇ ਕਾਰਨ ਦੇਸ਼ ਦੇ ਉਦਯੋਗਿਕ ਉਤਪਾਦਨ ਵਿੱਚ ਕਾਫੀ ਵਾਧਾ ਹੋਇਆ। ਨਵੀਆਂ ਵਸਤੂਆਂ ਦਾ ਉਤਪਾਦਨ ਕੀਤਾ ਜਾਣ ਲੱਗ ਪਿਆ, ਜਿਸ ਦੇ ਨਾਲ ਕੀ ਹੋਇਆ, ਉਤਪਾਦਨ ਸ਼ਕਤੀ ਉਹਦੀ ਵੱਧ ਗਈ। ਇਹ ਸਾਰੇ ਨੀਚੇ ਉਹ ਲਿਖੇ ਹੋਏ ਨੇ, ਡਾਟਾ ਲਿਖਿਆ ਹੋਇਆਗਾ ਜਿਹਦੇ ਨਾਲ ਉਹਦੀ ਦੱਸੀ ਗਈ ਹੈ ਇੰਡਸਟਰੀ ਦੇ ਵਿੱਚ ਕਿਸ ਤਰ੍ਹਾਂ ਉਹਦੀ ਉਤਪਾਦਕ ਸ਼ਕਤੀ ਕਿਹੋ ਜਿਹੀ ਸੀਗੀ। ਠੀਕ ਹੈ ਜੀ, ਜਿਵੇਂ ਕਿ ਤਿਆਰ ਇਸਪਾਤ ਦਾ ਕਿੰਨਾ ਸੀ, ਲੱਖ ਟਨ ਯਾਨੀ ਸੀਗਾ। 1950-51 ਦੇ ਵਿੱਚ 10 ਲੱਖ ਟਨ ਸੀਗਾ ਜਿਨ੍ਹਾਂ ਦੀ ਉਹ ਅਮਾਉਂਟ ਦੱਸੀ ਗਈ ਆ 5000। ਠੀਕ ਹੈ ਜੀ, ਇਹ ਸਾਰੇ ਡਾਟਾ ਲਿਖੇ ਨੇ ਕਿ ਇੰਡਸਟਰੀ, ਇੱਥੇ ਇਕਾਈ ਲਿਖੀ ਹੈ ਨਹੀਂ ਕਿ ਇਹ ਇਕਾਈ 1950 ਤੇ 51 ਦੇ ਵਿੱਚ ਕਿੰਨੀ ਉਹ ਸੀਗੀ, ਅਮਾਉਂਟ ਸੀਗੀ। ਠੀਕ ਹੈ ਜੀ, ਇਹ ਸਾਰਾ 1950-51 ਦੇ ਵਿੱਚ ਲਿਖਿਆ ਹੋਇਆ ਔਰ 2006 ਔਰ 7 ਦੇ ਵਿੱਚ ਲਿਖਿਆ ਹੋਇਆਗਾ। ਠੀਕ ਹੈ ਜੀ, ਇਹ ਲੱਖ ਟਨ ਇਹਨਾਂ ਦੀ ਅਮਾਉਂਟ, ਯਾਨੀ ਕਿ 10 ਲੱਖ ਟਨ, 50,000, 20 ਲੱਖ ਟਨ। ਠੀਕ ਹੈ ਜੀ, ਇਹ ਸਾਰੇ ਇਹ ਦੱਸੇ ਹੋਏ ਨੇ ਕਿ ਕਿਹੜੀ ਇਕਾਈ ਦੇ ਨਾਲ ਇਹ ਲਿਖੇ ਹੋਏ ਨੇ, ਯਾਨੀ ਕੰਪੈਰੀਜ਼ਨ ਕੀਤਾ ਗਿਆ। ਪਹਿਲਾਂ ਕਿੰਨਾ ਸੀ, ਪਹਿਲੀ 5 ਸਾਲ ਯੋਜਨਾ ਦੇ ਦੌਰਾਨ, ਉਹ ਤੋਂ ਪਹਿਲਾਂ ਕਿੰਨਾ ਸੀਗਾ, ਉਸ ਤੋਂ ਬਾਅਦ ਜਦੋਂ ਯੋਜਨਾਵਾਂ ਨੂੰ ਲਾਗੂ ਕੀਤਾ ਜਾਣ ਲੱਗ ਪਿਆ ਉਸ ਤੋਂ ਬਾਅਦ ਕਿੰਨਾ ਸੀਗਾ, ਯਾਨੀ ਦੇਖ ਰਹੇ ਹੋਗੇ ਕਿੰਨਾ ਡਾਟਾ ਵੱਧ ਰਿਹਾ ਹੈਗਾ। ਠੀਕ ਹੈ ਜੀ, ਇਹ ਸਾਰੀਆਂ ਚੀਜ਼ਾਂ ਦਾ ਕੀ ਹੋਇਆ, ਉਤਪਾਦਨ ਸ਼ਕਤੀ ਵੱਧ ਗਈ। ਠੀਕ ਹੈ ਜੀ, ਹੁਣ ਇਸ ਵੀਡੀਓ ਦੇ ਵਿੱਚ ਇੰਨਾ ਹੀ। ਠੀਕ ਹੈ ਜੀ, ਨੈਕਸਟ ਵੀਡੀਓ ਦੇ ਵਿੱਚ ਆਪਾਂ ਨੈਕਸਟ ਟੌਪਿਕ ਨੂੰ ਡਿਸਕਸ ਕਰਾਂਗੇ ਜੋ ਕਿ ਹੈ ਪ੍ਰੈਜ਼ੈਂਟ ਇੰਡਸਟਰੀਅਲ ਸਟਰਕਚਰ। ਠੀਕ ਹੈ ਜੀ, ਕਿਹੋ ਜਿਹੀ ਸਟਰਕਚਰ ਹੈ ਇੰਡਸਟਰੀ ਦਾ ਹੁਣ। ਠੀਕ ਹੈ ਜੀ, ਨਾਓ thank you for watching my video. I hope you like my video. Please share and subscribe my channel.